ਸਵਾਗਤ ਕਰਦੀ ਹਾਂ ਤੁਹਾਡਾ ਸਭ ਦਾ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਕਰ ਰਹੇ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ 'ਚੋਂ ਇਕਨੋਮਿਕਸ MCQ। ਠੀਕ ਹੈ, ਸਾਰੇ ਹੀ ਪੇਪਰਾਂ ਵਿੱਚ MCQ ਕੰਮ ਆਉਣੇ ਆ। NTT ETT ਠੀਕ ਹੈ, SSC ਮਾਸਟਰ ਕੇਡਰ ਦੇ ਵਿੱਚ ਵੀ ਇਹ ਕੰਮ ਆਉਂਦੇ ਆ। ਤਾਂ ETT ਦੇ ਵਿੱਚ ਪਹਿਲਾ ਟੌਪਿਕ ਹੈ ਬੇਸਿਕ ਕਨਸੈਪਟਸ। ਠੀਕ ਹੈ, ਮੁੱਢਲੀਆਂ ਧਾਰਨਾਵਾਂ। ठीक है, तो सब तो पहला असी बेसिक तो मैं जो भी प्रश्न लड़ी शुरू करती हाँ, मैं सब तो पहला बेसिक तो ही शुरू करती हाँ। चाहे पंजाबी हिस्टरी पोल साइंस आप की सारे पहला बेसिक तो किया, फिर असी हाई लैवल पर जाने। तो बेसिक तो बिल्कुल शुरू किए हैं। ठीक है, बाकी किसी तरीके का अपने दिमाग से स्ट्रैस नहीं रखना है, क्योंकि पेपर छेती हो सकता है, लगता है चांस। बाकी केस कुस लगन के चक्कर में दिमाग उलझ जाता कई बार। ठीक है, तो चीज़ां सारियां चलदियां ही रहनियां। तो साडा फर्ज बनता कि असीं मेहनत करिए और अपनी पूरी एकाग्रता बना के फिर ही वीडियो नूं देखना। 25 सवाल ने, ठीक है, और 25 सवालों नूं पूरे पेशेंस दे नाल देखना। ठीक है, ये नहीं कि अद्धी वीडियो देख के चले जाना। तो चलो बई, बाकी जिन्होंने चैनल नूं हजे सबसक्राइब नहीं किया, चैनल नूं सबसक्राइब कर लेना। तो करते हैं बई अज वाले सवाल। ਉਹ ਆਰਥਿਕ ਕਿਰਿਆਵਾਂ ਜਿਨ੍ਹਾਂ ਦਾ ਉਦੇਸ਼ ਧਨ ਕਮਾਉਣਾ ਨਹੀਂ ਹੈ ਹੁੰਦਾ। ਆਰਥਿਕ ਕਿਰਿਆਵਾਂ, ਅਣਆਰਥਿਕ ਕਿਰਿਆਵਾਂ, ਪੂੰਜੀ ਕਿਰਿਆਵਾਂ, ਉਪਰੋਕਤ ਕੋਈ ਨਹੀਂ। ਕਰੈਕਟ ਆਪਸ਼ਨ ਹੈ ਵੀ ਅਣਆਰਥਿਕ ਕਿਰਿਆਵਾਂ ਜਿਨ੍ਹਾਂ ਦਾ ਉਦੇਸ਼ ਧਨ ਕਮਾਉਣਾ ਨਹੀਂ ਹੁੰਦਾ। ਠੀਕ ਹੈ, ਇਹ ਜਿਹੜਾ ਧਨ ਕਮਾਉਣ ਵਾਲਾ ਕੰਮ ਆ ਇਹ ਇਕਨੋਮਿਕਸ ਐਕਟੀਵਿਟੀਜ਼ ਦੇ ਅੰਡਰ ਹੁੰਦਾ ਆ, ਮਤਲਬ ਆਰਥਿਕ ਕਿਰਿਆਵਾਂ ਦੇ। ਠੀਕ ਹੈ, ਚਲੋ ਅਣਆਰਥਿਕ ਕਿਰਿਆਵਾਂ ਦਾ ਉਦੇਸ਼ ਕੀ ਹੁੰਦਾ ਹੈ? ਸਮਾਜ ਸੇਵਾ, ਪਰਿਵਾਰਕ ਕਲਿਆਣ, ਸਿਹਤ ਤੇ ਮਨੋਰੰਜਨ, ਉਪਰੋਕਤ ਸਾਰੇ। ਕਰੈਕਟ ਆਪਸ਼ਨ ਹੈ ਵੀ ਉਪਰੋਕਤ ਸਾਰੀਆਂ ਹੀ ਗੱਲਾਂ ਜਿਹੜੀਆਂ ਨੇ ਇਹਨਾਂ ਦਾ ਮੋਟਿਵ ਹੈ, ਜਿਹੜੀਆਂ ਅਣਆਰਥਿਕ ਕਿਰਿਆਵਾਂ ਨੇ। ਠੀਕ ਹੈ, ਨੌਨ ਇਕਨੋਮਿਕ ਐਕਟੀਵਿਟੀਜ਼। ਠੀਕ ਹੈ, ਚਲੋ ਅੱਗੇ। ਅਧਿਆਪਕ ਦਾ ਆਪਣੇ ਬੱਚੇ ਨੂੰ ਪੜ੍ਹਾਉਣਾ ਕਿਸ ਵਿੱਚ ਸ਼ਾਮਿਲ ਹੈ? ਆਰਥਿਕ ਕਿਰਿਆ ਜਾਂ ਅਣਆਰਥਿਕ ਕਿਰਿਆ? ਹਾਂ, ਜਦੋਂ ਅਧਿਆਪਕ ਆਪਣੇ ਬੱਚੇ ਨੂੰ ਪੜ੍ਹਾਉਂਦਾ ਹੈ ਘਰ ਦੇ ਵਿੱਚ ਤਾਂ ਉਹ ਕੀ ਹੈ ਬਈ? ਉਹ ਅਣਆਰਥਿਕ ਕਿਰਿਆ ਆ, ਕਿਉਂਕਿ ਉਸ ਬਦਲੇ ਉਸਨੂੰ ਪੈਸੇ ਨਹੀਂ ਮਿਲਦੇ ਪਏ। ਜਿਸ ਕੰਮ ਬਦਲੇ ਪੈਸੇ ਮਿਲਦੇ ਨੇ ਉਹ ਆਉਂਦੀ ਆ ਇਕਨੋਮਿਕ ਐਕਟੀਵਿਟੀਜ਼ ਦੇ ਅੰਦਰ। ਹੁਣ ਡਾਕਟਰ ਆ, ਡਾਕਟਰ ਆਪਣੇ ਘਰ ਬੱਚੇ ਦਾ ਇਲਾਜ ਕਰੇਗਾ। ਠੀਕ ਹੈ, ਆਪਣੇ ਘਰ ਦੇ ਮੈਂਬਰ ਦਾ ਇਲਾਜ ਕਰੇਗਾ, ਜਿਹਦੇ ਬਦਲੇ ਉਹਨੂੰ ਪੈਸੇ ਨਹੀਂ ਮਿਲਣਗੇ ਤਾਂ ਉਹ ਕੀ ਆ? ਉਹ ਉਹਦੇ ਲਈ ਨੌਨ ਇਕਨੋਮਿਕਲ ਐਕਟੀਵਿਟੀਜ਼ ਆ। ਠੀਕ ਹੈ, ਜਦੋਂ ਉਹ ਬਾਹਰ ਜਾ ਕੇ ਹਸਪਤਾਲ 'ਚ ਕੰਮ ਕਰੇਗਾ ਫਿਰ ਉਹਨੂੰ ਪੈਸੇ ਮਿਲਣਗੇ, ਫਿਰ ਉਹ ਆਵੇਗਾ ਆਰਥਿਕ ਕਿਰਿਆਵਾਂ ਦੇ ਵਿੱਚ। ਠੀਕ ਹੈ, ਹੁਣ ਇੱਦਾਂ ਹੀ ਅਧਿਆਪਕ ਬਾਰੇ ਆ। ਜੇ ਅਧਿਆਪਕ ਸਕੂਲ 'ਚ ਪੜ੍ਹਾਵੇਗਾ ਉਹਨੂੰ ਪੈਸੇ ਮਿਲਣਗੇ, ਤਨਖਾਹ ਮਿਲੇਗੀ। ਇਟ ਮੀਨਸ ਇਹ ਕੀ ਆ? ਇਹ ਉਹਦਾ ਧਨ ਕਮਾਉਣ ਦਾ ਉਦੇਸ਼ ਆ। ਠੀਕ ਹੈ, ਅਤੇ ਆਰਥਿਕ ਕਿਰਿਆ ਦੇ ਵਿੱਚ ਆ ਜਾਂਦਾ। ਜਦੋਂ ਉਹ ਆਪਣੇ ਬੱਚੇ ਨੂੰ ਪੜ੍ਹਾਉਂਦਾ ਹੈ ਘਰੇ ਤਾਂ ਉਹ ਜਿਹੜਾ ਹੈ ਉਹ ਅਣਆਰਥਿਕ ਕਿਰਿਆ ਦੇ ਵਿੱਚ ਆ ਜਾਂਦਾ। ਉਹ ਆਰਥਿਕ ਕਿਰਿਆ ਜਿਸ ਰਾਹੀਂ ਕਿਸੇ ਵਸਤੂ ਦੇ ਮੁੱਲ ਵਿੱਚ ਅਤੇ ਉਪਯੋਗਤਾ ਵਿੱਚ ਵਾਧਾ ਹੋ ਜਾਏ ਉਸਨੂੰ ਕੀ ਕਹਿੰਦੇ ਹਨ? ਹਾਂ, ਉਤਪਾਦਨ, ਉਪਭੋਗ, ਪੂੰਜੀ ਨਿਰਮਾਣ, ਨਿਵੇਸ਼। ਹਾਂ, ਪ੍ਰੋਡਕਸ਼ਨ, ਕੰਜੰਪਸ਼ਨ, कैपिटल फॉर्मेशन, इन्वेस्टमेंट। करैक्ट ऑप्शन है भी प्रोडक्शन। ठीक है, प्रोडक्शन। देखो कोई वस्तु जिवें हुण लकड़ी है, ਇਹਦੇ ਜਿੰਨਾ ਚਿਰ ਇਹਨੂੰ ਲੱਕੜੀ ਦੇ ਕੋਈ ਮੁੱਲ ਨਹੀਂ ਹੈ ਲੱਕੜੀ ਦਾ। ਠੀਕ ਹੈ ਨਾ, ਕੋਈ ਵੀ ਮੁੱਲ ਨਹੀਂ ਹੈ। ਜੇ ਇੱਥੇ ਲੱਕੜੀ ਦਾ ਮੋੜਾ ਪਿਆ ਹੈ ਤਾਂ ਜਦੋਂ ਅਸੀਂ ਉਹਨੂੰ ਕੁਰਸੀ ਬਣਾ ਲੈਂਦੇ ਹਾਂ, ਉਹਦੇ ਦਰਵਾਜ਼ੇ ਕੁਰਸੀ ਬਣਾ ਲੈਂਦੇ ਹਾਂ ਉਹਦੀ। ਠੀਕ ਹੈ, ਤਾਂ ਜਾਂ ਜਦੋਂ ਅਸੀਂ ਉਹਦੇ ਦਰਵਾਜ਼ੇ ਬਣਾ ਲੈਂਦੇ ਹਾਂ ਤਾਂ ਫਿਰ ਉਹਦੇ ਮੁੱਲ ਵਿੱਚ ਵਾਧਾ ਹੋ ਗਿਆ। ਇਟ ਮੀਨਸ ਇਹ ਕਾਹਦੇ ਨਾਲ ਹੋਇਆ? ਇਹ ਕੀ ਹੈ? ਪ੍ਰੋਡਕਸ਼ਨ ਹੈ, ਉਤਪਾਦਨ। ਅੱਗੇ ਵਸਤਾਂ ਦੇ ਉਤਪਾਦਨ ਲਈ ਮੁੱਖ ਤੌਰ 'ਤੇ ਕਿੰਨੇ ਸਾਧਨ ਦੀ ਲੋੜ ਹੁੰਦੀ ਆ? ਜਾਂ ਇੱਦਾਂ ਵੀ ਸਵਾਲ ਆ ਸਕਦਾ ਕਿ ਉਤਪਾਦਨ ਦੇ ਕਿਹੜੇ ਸਾਧਨ ਹਨ? ਉਤਪਾਦਨ ਦੇ 4 ਸਾਧਨ ਹਨ। ਠੀਕ ਹੈ, ਸਾਰੀ ਇਕਨੋਮਿਕਸ ਦੇ ਵਿੱਚ ਇਹ ਗੱਲ ਕਦੇ ਵੀ ਨਹੀਂ ਭੁੱਲਣੀ। ਠੀਕ ਹੈ, 4 ਸਾਧਨ ਹੈ ਉਤਪਾਦਨ ਦੇ। ਕਿਹੜੇ ਇਹਨਾਂ ਤੋਂ ਬਿਨਾਂ ਉਤਪਾਦਨ ਪੋਸੀਬਲ ਹੀ ਨਹੀਂ ਆ, ਪ੍ਰੋਡਕਸ਼ਨ ਪੋਸੀਬਲ ਹੀ ਨਹੀਂ ਆ ਇਕਨੋਮਿਕਸ ਦੇ ਅੰਦਰ। ਠੀਕ ਹੈ, ਦੇਖੋ ਭੂਮੀ, ਕਿਰਤੀ, ਪੂੰਜੀ, ਉਦਮੀ। ਠੀਕ ਹੈ, ਲੱਗੀ ਸਮਝ? ਲੈਂਡ, ਲੇਬਰ, ਕੈਪੀਟਲ ਤੇ ਆਪਣਾ ਐਂਟਰਪ੍ਰੇਨਿਓਰ। ਚਲੋ, ਉਤਪਾਦਨ ਦੇ ਸਾਧਨਾਂ ਵਿੱਚੋਂ ਕਿਹੜਾ ਕੁਦਰਤੀ ਸਾਧਨ ਹੈ? ਕਿਹੜਾ ਕੁਦਰਤੀ ਸਾਧਨ ਇਹਨਾਂ ਵਿੱਚੋਂ? ਭੂਮੀ, ਕਿਰਤੀ, ਪੂੰਜੀ, ਉਦਮੀ। ਕਰੈਕਟ ਆਪਸ਼ਨ ਵੀ ਭੂਮੀ, ਲੈਂਡ। ਲੈਂਡ ਜਿਹੜਾ ਇਹ ਨੈਚੁਰਲ ਸੋਰਸ ਆ। ਠੀਕ ਹੈ, ਉਤਪਾਦਨ ਦਾ। ਠੀਕ ਹੈ, ਉਤਪਾਦਨ ਦੇ 4 ਸਾਧਨ ਕਰਦੇ ਆ। ਠੀਕ ਹੈ, ਇਹਨਾਂ ਦੇ ਵਿੱਚੋਂ ਭੂਮੀ ਜਿਹੜਾ ਆ ਕੁਦਰਤੀ ਸਾਧਨ ਆ। ਅਗਲਾ ਸਵਾਲ ਦੇਖੋ, ਕਿਹੜਾ ਉਤਪਾਦਨ ਸਾਧਨ ਮਨੁੱਖੀ ਹੈ? ਕਿਹੜਾ ਉਤਪਾਦਨ ਸਾਧਨ ਮਨੁੱਖੀ ਹੈ? ਭੂਮੀ, ਕਿਰਤੀ, ਉਦਮੀ, ਐੜਾ ਤੇ ਈੜੀ ਦੋਵੇਂ। ਕਰੈਕਟ ਆਪਸ਼ਨ ਹੈ ਵੀ ਐੜਾ ਤੇ ਈੜੀ ਦੋਵੇਂ। ਕਿਰਤੀ ਵੀ ਤੇ ਉਦਮੀ ਵੀ ਇਹ ਮਨੁੱਖੀ ਸਾਧਨ ਆ। ਲੇਬਰ ਵੀ ਮਨੁੱਖੀ ਸਾਧਨ ਆ। ਉਦਮੀ, ਐਂਟਰਪ੍ਰੇਨਿਓਰ ਇਹ ਕੀ ਆ? ਮਨੁੱਖੀ ਸਾਧਨ ਨੇ, ਕੁਦਰਤੀ ਸਾਧਨ ਨਹੀਂ ਹਨ। ਕਿਹੜਾ ਉਤਪਾਦਨ ਸਾਧਨ ਜੋਖਮ ਉਠਾਉਂਦਾ ਹੈ? ਭੂਮੀ, ਕਿਰਤੀ, ਉਦਮੀ ਤੇ ਪੂੰਜੀ। ਕਰੈਕਟ ਆਪਸ਼ਨ ਹੈ ਵੀ ਇਹ ਆਪਣਾ ਉਦਮੀ ਜਿਹੜਾ ਜੋਖਮ ਉਠਾਉਂਦਾ ਹੈ, ਮਤਲਬ ਕੰਮ ਨੂੰ ਸ਼ੁਰੂ ਕਰਨ ਵਾਲਾ, ਕੰਮ ਦੀ ਪੂਰਾ ਉਹਦੀ ਟੈਨਸ਼ਨ ਲੈਣ ਵਾਲਾ। ਠੀਕ ਹੈ, ਤੇ ਇਹ ਹੈ ਵੀ ਉਦਮੀ, ਐਂਟਰਪ੍ਰੇਨਿਓਰ। ਇੱਕ ਐਂਟਰਪ੍ਰੇਨਿਓਰ ਹੀ ਇਹਨਾਂ ਸਾਰੇ ਸਾਧਨਾਂ ਨੂੰ ਯੂਜ਼ ਕਰਦਾ ਹੈ। ਠੀਕ ਹੈ, ਉਹਦੇ ਦਿਮਾਗ ਵਿੱਚ ਹੀ ਆਉਂਦਾ ਕਿ ਮੈਂ ਭੂਮੀ ਨੂੰ ਯੂਜ਼ ਕਰਾਂ, ਫਿਰ ਕਿਰਤੀ ਉੱਥੇ ਲੇਬਰ ਲੱਗਦੀ ਆ, ਉਹ ਫਿਰ ਪੈਸੇ ਲਾਉਂਦਾ ਆ। ਠੀਕ ਆ,
ਮਸ਼ੀਨਰੀਆਂ ਲਾਉਂਦਾ ਹੈ ਇਸੇ ਤਰੀਕੇ ਨਾਲ। ਠੀਕ ਹੈ, ਕਿਹੜਾ ਉਤਪਾਦਨ ਸਾਧਨ ਭੂਮੀ ਅਤੇ ਕਿਰਤੀ ਦਾ ਨਤੀਜਾ ਹੈ? ਹਾਂ, ਉਦਮੀ, ਕਿਰਤੀ, ਪੂੰਜੀ, ਭੂਮੀ। ਕਰੈਕਟ ਆਪਸ਼ਨ ਹੈ ਵੀ ਪੂੰਜੀ, ਜਿਹੜੀ ਕੈਪੀਟਲ ਆ। ਠੀਕ ਹੈ, ਪੂੰਜੀ ਜਿੱਦਾਂ ਮਤਲਬ ਆਪਾਂ ਇਹਦੀ ਅੱਗੇ ਪਰਿਭਾਸ਼ਾ ਕਰਾਂਗੇ। ਠੀਕ ਹੈ, ਇਹ ਕੀ ਹੈ? ਭੂਮੀ ਤੇ ਕਿਰਤ ਦਾ ਨਤੀਜਾ ਆ। ਠੀਕ ਹੈ, ਇਹਨਾਂ ਦੋਨਾਂ ਦੇ ਮੇਲ ਤੋਂ ਬਣਦੀ ਆ ਇਹ। ਚਲੋ, ਇੱਕ ਸਾਲ ਵਿੱਚ ਭੂਮੀ ਦੇ ਇੱਕ ਟੁਕੜੇ ਤੋਂ ਇੱਕ ਤੋਂ ਜ਼ਿਆਦਾ ਫਸਲਾਂ ਪੈਦਾ ਕਰਨ ਨੂੰ ਕੀ ਕਹਿੰਦੇ ਹਨ? ਕੀ ਕਹਿੰਦੇ ਹਨ ਵੀ? ਹਾਂ ਦੱਸੋ। ਫਸਲੀ ਚੱਕਰ, ਬਹੁ ਫਸਲੀ ਚੱਕਰ, ਤਕਨੀਕੀ ਖੇਤੀ, ਉਪਰੋਕਤ ਚੋਂ ਕੋਈ ਵੀ ਨਹੀਂ। ਕਰੈਕਟ ਆਪਸ਼ਨ ਹੈ ਵੀ ਬਹੁ ਫਸਲੀ ਪ੍ਰਣਾਲੀ ਇਹਨੂੰ ਕਹਿੰਦੇ ਆ। ਜਦੋਂ ਅਸੀਂ ਜ਼ਮੀਨ ਤੋਂ ਇੱਕ ਤੋਂ ਜ਼ਿਆਦਾ, ਇੱਕ ਮਤਲਬ ਖੇਤ ਹੈ ਉਸ ਤੋਂ ਇੱਕ ਸਾਲ ਦੇ ਵਿੱਚ ਇੱਕ ਤੋਂ ਜ਼ਿਆਦਾ ਫਸਲਾਂ ਪੈਦਾ ਕਰਦੇ ਹਾਂ। ਮਨੁੱਖ ਦੇ ਸਰੀਰਕ ਅਤੇ ਮਾਨਸਿਕ ਸਾਰੇ ਉਪਰਾਲੇ ਜੋ ਧਨ ਦੀ ਪ੍ਰਾਪਤੀ ਦੀ ਉਦੇਸ਼ ਲਈ ਕੀਤੇ ਜਾਂਦੇ ਹਨ ਉਹਨਾਂ ਨੂੰ ਕੀ ਕਹਿੰਦੇ ਹਨ? ਕੀ ਕਹਿੰਦੇ ਆ ਵੀ? ਉਸ ਨੂੰ ਉਤਪਾਦਨ ਕਹਿੰਦੇ ਆ, ਕਿਰਤੀ ਕਹਿੰਦੇ ਆ, ਆਰਥਿਕ ਕਿਰਿਆ ਕਹਿੰਦੇ ਜਾਂ ਮਜ਼ਦੂਰੀ ਕਹਿੰਦੇ। ਕਰੈਕਟ ਆਪਸ਼ਨ ਵੀ ਉਸਨੂੰ ਲੇਬਰ ਕਹਿੰਦੇ ਆ। ਲੇਬਰ ਉਹੀ ਆ, ਮਤਲਬ ਇੱਕ ਬੈਂਕ ਵਿੱਚ ਕੰਮ ਕਰ ਰਿਹਾ ਆ, ਉਹ ਮਾਨਸਿਕ ਕੰਮ ਹੋ ਗਿਆ ਉਹਦਾ। ਠੀਕ ਹੈ, ਇੱਕ ਮਜ਼ਦੂਰੀ ਕਰ ਰਿਹਾ ਹੈ, ਬਾਹਰ ਖੇਤਾਂ ਵਿੱਚ ਕੰਮ ਕਰ ਰਿਹਾ, ਤਾਂ ਉਹਦਾ ਸਰੀਰਕ ਕੰਮ ਹੋ ਗਿਆ। ਤਾਂ ਦੋਨੋਂ ਤਰ੍ਹਾਂ ਦੇ ਉਪਰਾਲੇ ਜਿਹੜੇ ਉਹ ਧਨ ਪ੍ਰਾਪਤੀ ਲਈ ਕਰਦਾ ਆ, ਇਸ ਕਰਕੇ ਉਸਨੂੰ ਉਹ ਕੀ ਆ? ਉਸਨੂੰ ਅਸੀਂ ਕਿਰਤ ਕਹਿੰਦੇ ਆ। ਠੀਕ ਹੈ, ਲੇਬਰ ਕਹਿੰਦੇ ਆ। ਵਿਅਕਤੀ ਦੁਆਰਾ ਬਣਾਈਆਂ ਉਹ ਵਸਤੂਆਂ ਜੋ ਹੋਰ ਵਸਤੂਆਂ ਦੇ ਉਤਪਾਦਨ ਵਿੱਚ ਸਹਾਈ ਹੁੰਦੀਆਂ ਉਸਨੂੰ ਕੀ ਕਹਿੰਦੇ ਹਨ? ਹਾਂ, ਜਿਹੜੀ ਉੱਪਰਲੀ ਆਪਾਂ ਗੱਲ ਕੀਤੀ ਸੀ ਨਾ ਕਿ ਜਿਹੜੀ ਹੁਣ ਦੇਖੋ ਇਹਦਾ ਆਪਸ਼ਨ ਕੀ ਹੈ। ਇਹਦਾ ਆਪਸ਼ਨ ਹੈ ਵੀ ਕਰੈਕਟ ਆਪਸ਼ਨ ਪੂੰਜੀ, ਇਹਨੂੰ ਅਸੀਂ ਕੈਪੀਟਲ ਕਹਿੰਦੇ ਆ। ਉੱਪਰ ਆਇਆ ਸੀ ਨਾ ਕਿ ਕੈਪੀਟਲ ਉਹ ਸਾਧਨ ਆ ਜਿਹੜਾ ਭੂਮੀ ਤੇ ਕਿਰਤੀ ਦੇ ਮੇਲ ਤੋਂ ਬਣਦਾ ਆ। ਕਿਵੇਂ ਦੋਨਾਂ ਦਾ ਸਹਿਯੋਗ ਆ? ਦੇਖੋ, ਵਿਅਕਤੀ ਦੁਆਰਾ ਬਣਾਈਆਂ ਉਹ ਵਸਤਾਂ ਜੋ ਹੋਰ ਵਸਤੂਆਂ ਦੇ ਉਤਪਾਦਨ ਵਿੱਚ ਸਹਾਈ ਹੁੰਦੀਆਂ, ਜਿਵੇਂ ਹੁਣ ਉਦਯੋਗਾਂ ਵਿੱਚ ਮਸ਼ੀਨਰੀ ਲੱਗੀ ਹੁੰਦੀ ਆ, ਮਸ਼ੀਨਰੀ ਦੇ ਨਾਲ ਚੀਜ਼ਾਂ ਜਿਹੜੀਆਂ ਵਾ ਉਹਨਾਂ ਦਾ ਪ੍ਰੋਡਕਸ਼ਨ ਹੁੰਦੀ ਆ। ਠੀਕ ਹੈ, ਇਹ ਮਸ਼ੀਨਰੀ ਕੀ ਆ? ਇਹ ਪੂੰਜੀ ਆ। ਠੀਕ ਹੈ, ਇਹਨੂੰ ਮਨੁੱਖ ਨੇ ਦਿਮਾਗ ਲਾ ਕੇ ਬਣਾਇਆ ਆ। ਠੀਕ ਹੈ, ਕੁਝ ਜਿਹੜੀਆਂ ਕੁਦਰਤੀ ਚੀਜ਼ਾਂ ਤੋਂ ਇਹ ਬਣਦੀ ਆ। ਭੂਮੀ ਦਾ ਵੀ ਵਰਤੋਂ ਨਾਲ ਹੋਈ ਆ। ਉਤਪਾਦਨ ਦਾ ਕਿਹੜਾ ਸਾਧਨ ਅਚਲ ਹੈ? ਠੀਕ ਹੈ, ਜਿਹੜਾ ਲਓ ਵੀ ਕਰੈਕਟ ਆਪਸ਼ਨ। ਕਰੈਕਟ ਆਪਸ਼ਨ ਹੈ ਵੀ ਭੂਮੀ ਖੜੀ ਰਹਿੰਦੀ ਹੈ ਨਾ, ਉਹ ਤਾਂ ਚੱਲਦੀ ਫਿਰਦੀ ਨਹੀਂ ਆ। ਕਿਰਤੀ ਵੀ ਚੱਲਦੇ ਫਿਰਦੇ, ਪੂੰਜੀ ਵੀ ਜਿੱਥੇ ਮਰਜ਼ੀ ਲੈ ਜਾਓ, ਉਦਮੀ ਵੀ ਚੱਲਦਾ ਫਿਰਦਾ ਹੈ। ਠੀਕ ਹੈ, ਖੇਤੀ ਵਿੱਚ ਵਿਸ਼ੇਸ਼ ਕਰਕੇ ਕਣਕ ਵਿੱਚ ਹੋਏ ਅਸਾਧਾਰਨ ਵਾਧੇ ਨੂੰ ਕੀ ਕਹਿੰਦੇ ਹਨ? ਅਸਾਧਾਰਨ ਮਤਲਬ ਨੋਰਮਲ ਤੋਂ ਜ਼ਿਆਦਾ ਆ। ਠੀਕ ਹੈ, ਇਸ ਨੂੰ ਕੀ ਕਹਿੰਦੇ ਵੀ? ਹਰੀ ਕ੍ਰਾਂਤੀ, ਗ੍ਰੀਨ ਰੈਵੋਲੂਸ਼ਨ ਕਹਿੰਦੇ ਆ। ਠੀਕ ਹੈ, ਕੀ ਕਹਿੰਦੇ ਆ? ਹਰੀ ਕ੍ਰਾਂਤੀ। ਇੰਗਲੈਂਡ ਦੀ ਕਿਹੜੀ ਮੁਦਰਾ ਹੈ? ਹਾਂ, ਕਿਹੜੀ ਮੁਦਰਾ ਵੀ? ਇੰਗਲੈਂਡ ਦੀ ਰੁਪਈਆ, ਡਾਲਰ, ਟਕਾ, ਪੌਂਡ। ਕਰੈਕਟ ਆਪਸ਼ਨ ਵੀ ਪੌਂਡ। ਅਮਰੀਕਾ ਦਾ ਡਾਲਰ, ਸਾਡਾ ਕੀ ਆ? ਰੁਪਈਆ। ਚਲੋ, ਇਹ ਆਪਾਂ ਕੀਤੇ ਸੀ ਕੱਲ੍ਹ, ਮੇਰੇ ਖਿਆਲ ਨਾਲ ਯਾਦ। ਪੂੰਜੀ ਦੇ ਸੰਬੰਧ ਵਿੱਚ ਕਿਹੜਾ ਕਥਨ ਠੀਕ ਨਹੀਂ ਹੈ? ਪੂੰਜੀ ਆਪਾਂ ਕੀਤੀ ਨਾ ਕੈਪੀਟਲ, ਇਹ ਅਗਤੀਸ਼ੀਲ ਹੈ, ਇਹ ਉਤਪਾਦਨ ਦਾ ਗੌਣ ਸਾਧਨ ਹੈ, ਪੂੰਜੀ ਦੀ ਘਸਾਈ ਹੁੰਦੀ ਹੈ, ਪੂੰਜੀ ਹਸਤਾਂਤਰਨ ਹੁੰਦੀ ਹੈ। ਕਰੈਕਟ ਆਪਸ਼ਨ ਵੀ ਜੋ ਕਿਹੜੀ ਗੱਲ ਠੀਕ ਨਹੀਂ ਆ? ਦੱਸੋ ਵੀ। ਪਹਿਲੀ ਗੱਲ ਠੀਕ ਨਹੀਂ ਆ, ਦੂਜੀ ਠੀਕ ਹੈ ਵੀ ਇਹ ਗੌਣ ਸਾਧਨ ਆ। ਪੂੰਜੀ ਦੀ ਘਸਾਈ ਵੀ ਹੁੰਦੀ, ਜਦੋਂ ਅਸੀਂ ਮਸ਼ੀਨ ਵਰਤਦੇ ਰਹਿੰਦੇ ਉਹਦੀ ਵਿਚਾਰੀ ਘਸਦੀ ਵੀ ਹੈ ਨਾ ਮਸ਼ੀਨ। ਹਸਤਾਂਤਰਨ ਦੀ ਇਹਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਲੈ ਕੇ ਵੀ ਜਾ ਸਕਦੇ ਹਾਂ। ਤਾਂ ਅਗਤੀਸ਼ੀਲ ਮਤਲਬ ਵੀ ਇਹ ਟਿਕੀ ਰਹਿੰਦੀ ਆ, ਇਸ ਟਿਕੀ ਥੋੜ੍ਹੀ ਰਹਿੰਦੀ ਹੈ, ਇਹਨੂੰ ਅਸੀਂ ਕਿਤੇ ਵੀ ਲਿਜਾ ਸਕਦੇ ਹਾਂ। ਠੀਕ ਹੈ, ਪੰਜਾਬ ਨੂੰ ਦੇਸ਼ ਦਾ ਕੀ ਮੰਨਿਆ ਜਾਂਦਾ ਹੈ? ਕੀ ਮੰਨਿਆ ਜਾਂਦਾ ਵੀ? ਲੜਾਕੂ ਇਲਾਕਾ, ਮਿਹਨਤੀ ਇਲਾਕਾ, ਅਨਾਜ ਟੋਕਰੀ, ਉਪਰੋਕਤ ਸਾਰੇ। ਕਰੈਕਟ ਆਪਸ਼ਨ ਹੈ ਵੀ ਅਨਾਜ ਟੋਕਰੀ ਕਿਹਾ ਜਾਂਦਾ, ਅਨਾਜ ਦਾ ਭੰਡਾਰ ਕਿਹਾ ਜਾਂਦਾ। ਇੱਕ ਦੇਸ਼ ਦੇ, ਹਾਂ ਆਹ ਧਿਆਨ ਨਾਲ ਸਮਝਣਾ ਹੁਣ। ਠੀਕ ਹੈ, ਧਿਆਨ ਦੇ ਨਾਲ, ਬਿਲਕੁਲ ਧਿਆਨ ਦੇ ਨਾਲ। ਇੱਕ ਦੇਸ਼ ਦੇ ਨਿਵਾਸੀਆਂ ਨੂੰ ਇੱਕ ਖਾਸ ਅਵਧੀ ਦੌਰਾਨ ਉਹਨਾਂ ਦੀਆਂ ਉਤਪਾਦਕ ਸੇਵਾਵਾਂ ਦੇ ਬਦਲੇ ਪ੍ਰਾਪਤ ਹੋਣ ਵਾਲੀ ਕੁੱਲ ਆਮਦਨ, ਭਾਵ ਮਜ਼ਦੂਰੀ, ਵਿਆਜ, ਲਗਾਨ ਤੇ ਲਾਭ ਦੇ ਕੁੱਲ ਜੋੜ ਨੂੰ ਕੀ ਕਹਿੰਦੇ ਹਨ? ਰਾਸ਼ਟਰੀ ਆਮਦਨ, ਪ੍ਰਤੀ ਵਿਅਕਤੀ ਆਮਦਨ, ਪੂੰਜੀ ਨਿਰਮਾਣ ਜਾਂ ਨਿਵੇਸ਼। ਕਰੈਕਟ ਆਪਸ਼ਨ ਵੀ ਇਸ ਨੂੰ ਨੈਸ਼ਨਲ ਇਨਕਮ ਕਹਿੰਦੇ ਆ। ਠੀਕ ਹੈ, ਇੱਕ ਖਾਸ ਸਮੇਂ ਟਾਈਮ ਪੀਰੀਅਡ ਦੇ ਅੰਡਰ ਜਦੋਂ ਜਿਹੜੀਆਂ ਵਸਤੂਆਂ ਪ੍ਰੋਡਿਊਸ ਹੋਈਆਂ ਨੇ, ਠੀਕ ਹੈ, ਉਹਨਾਂ ਤੋਂ ਪ੍ਰਾਪਤ ਹੋਣ ਵਾਲੀ ਕੁੱਲ ਆਮਦਨ, ਮਜ਼ਦੂਰੀ, ਵਿਆਜ, ਲਗਾਨ, ਲਾਭ। ਮਜ਼ਦੂਰੀ ਕਿਹਨੂੰ ਮਿਲਦੀ ਬਈ? ਆਪਾਂ ਉਪਰੋਕਤ ਚਾਰ ਸਾਧਨ ਕੀਤੇ ਸੀ ਨਾ, ਕਿਰਤੀ, ਪੂੰਜੀ, ਭੂਮੀ ਤੇ ਉਦਮੀ, ਉਹਨਾਂ ਨੂੰ ਕੁਝ ਮਿਲਦਾ ਵੀ ਹੈ ਨਾ ਪ੍ਰੋਡਕਸ਼ਨ ਕਰਨ ਤੋਂ ਬਾਅਦ ਆ। ਹਾਂ, ਕੀ ਮਿਲਦਾ ਵੀ? ਕਿਰਤੀ ਨੂੰ ਮਿਲਦਾ। ਮਜ਼ਦੂਰੀ ਕਿਹਨੂੰ ਮਿਲਦੀ? ਕਿਰਤੀ ਨੂੰ। ਠੀਕ ਹੈ, ਲਗਾਨ ਭੂਮੀ ਨੂੰ, ਲਾਭ ਉਦਮੀ ਨੂੰ। ਠੀਕ ਹੈ, ਇਹ ਤੁਸੀਂ ਨੋਟ ਕਰ ਲੈਣਾ ਚੰਗੀ ਤਰ੍ਹਾਂ। ਠੀਕ ਹੈ, ਚਲੋ। ਰਾਸ਼ਟਰੀ ਆਮਦਨ ਨੂੰ ਮਾਪਣ ਲਈ ਆਮ ਤੌਰ, ਰਾਸ਼ਟਰੀ ਆਮਦਨ ਦਾ ਕਨਸੈਪਟ ਚੰਗੀ ਤਰ੍ਹਾਂ ਕਲੀਅਰ ਕਰ ਲੈਣਾ। ਇਹਨੂੰ ਨਾ ਘੁਮਾ ਕੇ ਪੁੱਛਿਆ ਜਾਂਦਾ, ਕਈ ਵਾਰੀ ਸਿੱਧਾ ਨਹੀਂ ਪੁੱਛਿਆ ਜਾਂਦਾ ਤੇ ਉੱਥੇ ਬੰਦਾ ਕਨਫਿਊਜ਼ ਹੋ ਜਾਂਦਾ। ਰਾਸ਼ਟਰੀ ਆਮਦਨ ਨੂੰ ਮਾਪਣ ਲਈ ਆਮ ਤੌਰ ਤੇ ਕਿੰਨੀ ਅਵਧੀ ਮੰਨੀ ਜਾਂਦੀ ਹੈ? ਹਾਂ, ਕਿੰਨਾ ਟਾਈਮ ਪੀਰੀਅਡ ਫਿਕਸ ਕੀਤਾ ਗਿਆ ਵੀ? ਕਰੈਕਟ ਆਪਸ਼ਨ ਵੀ 1 ਸਾਲ ਦੀ ਅਵਧੀ ਮੰਨੀ ਗਈ ਹੈ। ਠੀਕ ਹੈ, ਚਲੋ ਬਈ। ਸਮੇਂ ਨਾਲ ਇਨਕਮ ਜਿਹੜੀ ਵੱਧਦੀ ਘਟਦੀ ਰਹਿੰਦੀ ਆ, ਇਸ ਕਰਕੇ ਇਹਦਾ ਇੱਕ ਟਾਈਮ ਪੀਰੀਅਡ ਫਿਕਸ ਕੀਤਾ ਗਿਆ ਕਿ 1 ਸਾਲ ਦੇ ਅੰਦਰ ਜਿਹੜੀ ਰਾਸ਼ਟਰੀ ਆਮਦਨ ਨੂੰ ਮਾਪਿਆ ਜਾਂਦਾ ਹੈ। ਰਾਸ਼ਟਰੀ ਆਮਦਨ ਦੇ ਸੰਬੰਧ ਵਿੱਚ ਕਿਹੜਾ ਕਥਨ ਠੀਕ ਨਹੀਂ ਹੈ? ਇੱਕ ਦੇਸ਼ ਦੇ ਆਮ ਨਿਵਾਸੀਆਂ ਦੀ ਇੱਕ ਵਰ੍ਹੇ ਦੌਰਾਨ ਅਰਜਿਤ ਸਾਧਨ ਆਮਦਨ। ਸਾਧਨ ਆਮਦਨ ਦੇਖੋ, ਇਕਨੋਮਿਕਸ ਇੱਕ ਵਰਡ ਦਾ ਅਲੱਗ ਹੀ ਮਤਲਬ ਆ। ਜੇ ਤਾਂ ਆਮਦਨ ਹੋਵੇ ਅਲੱਗ ਮਤਲਬ ਆ। ਸਾਧਨ ਆਮਦਨ ਦਾ ਮਤਲਬ ਜਿਹੜੇ ਸਾਧਨ ਅਸੀਂ ਯੂਜ਼ ਕੀਤੇ ਨਾ, ਭੂਮੀ, ਕਿਰਤੀ ਤੇ ਉਹਨਾਂ ਤੋਂ ਜਿਹੜੀ ਆਮਦਨ ਪ੍ਰਾਪਤ ਹੋਈ ਆ। ਠੀਕ ਹੈ, ਉਹਦਾ
ਇਸ ਨੂੰ ਮਾਪਣ ਦੀ ਸਮਾਂ ਅਵਧੀ 1 ਸਾਲ ਹੈ। ਮਜ਼ਦੂਰੀ ਲਗਾਨ ਵਿਆਜ ਲਾਭ ਦਾ 1 ਸਾਲ ਦਾ ਜੋੜ, ਉਪਰੋਕਤ ਚੋਂ ਕੋਈ ਵੀ ਨਹੀਂ। ਇਹਨਾਂ ਚੋਂ ਕਿਹੜੀ ਗੱਲ ਠੀਕ ਨਹੀਂ ਆ ਵੀ ਇਹਨਾਂ ਚੋਂ ਵੀ ਕੋਈ ਵੀ ਗੱਲ ਆ ਸੱਸਾ ਆਪਸ਼ਨ ਬਿਲਕੁਲ ਠੀਕ ਆ, ਕੋਈ ਵੀ ਗੱਲ ਇਹਨਾਂ ਚੋਂ ਗਲਤ ਨਹੀਂ ਆ, ਇਸ ਲਈ ਸਾਰੇ ਠੀਕ ਹੈ ਤੇ ਸੱਸਾ ਆਪਸ਼ਨ ਵੀ ਮਤਲਬ ਇਹਨਾਂ ਚੋਂ ਕੋਈ ਵੀ ਗੱਲ ਜਿਹੜੀ ਨਹੀਂ ਆ। ਰਾਸ਼ਟਰੀ ਆਮਦਨ, ਇਹ ਧਿਆਨ ਨਾਲ ਪੜ੍ਹ ਲੈਣਾ। ਇੱਕ ਰਾਸ਼ਟਰੀ ਆਮਦਨ ਇੱਕ ਦੇਸ਼ ਦੇ ਆਮ ਨਿਵਾਸੀਆਂ ਦੀ ਇੱਕ ਵਰ੍ਹੇ ਦੌਰਾਨ ਮਜ਼ਦੂਰੀ ਵਿਆਜ ਲਗਾਨ ਲਾਭ ਦੇ ਰੂਪ ਵਿੱਚ ਸ਼ੁੱਧ ਅਰਜਿਤ ਸਾਧਨ ਆਮਦਨ ਹੈ। ਇਹ ਘਰੇਲੂ ਸਾਧਨ ਆਮਦਨ ਤੇ ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ ਦਾ ਜੋੜ ਹੈ। ਕਿਸ ਦਾ ਕਥਨ ਹੈ? ਵੱਖ-ਵੱਖ ਇਕਨੋਮਿਸਟ ਨੇ ਜਿਹੜਾ ਹੈ ਵੱਖ-ਵੱਖ ਡੈਫੀਨੇਸ਼ਨਸ ਦਿੱਤੀਆਂ ਨੇ, ਆਪਾਂ ਕੁਝ ਕੁ ਕਰਾਂਗੇ ਜਿਹੜੀਆਂ ਸਾਡੀਆਂ 9ਵੀਂ 10ਵੀਂ ਦੀਆਂ ਕਿਤਾਬਾਂ ਵਿੱਚ ਆ। ਕੇਨਜ਼, ਰਿਕਾਰਡੋ, ਡਰਨਬਰਗ, ਐਡਮ ਸਮਿਥ, ਇਹ ਇਕਨੋਮਿਸਟ ਆ, ਠੀਕ ਹੈ। ਆਪਣੇ ਕਰੈਕਟ ਆਪਸ਼ਨ ਵੀ ਡਰਨਬਰਗ ਨੇ ਦਿੱਤੀ ਹੈ ਇਹ, ਠੀਕ ਹੈ। ਡਰਨਬਰਗ ਨੇ ਇਹ ਡੈਫੀਨੇਸ਼ਨ ਦਿੱਤੀ। ਇਹਨੇ ਬਸ ਚੇਂਜ ਕੁਛ ਨਹੀਂ, ਇਹਨੇ ਸ਼ੁੱਧ ਤੇ ਜ਼ਿਆਦਾ ਜ਼ੋਰ ਦਿੱਤਾ, ਬਸ ਇੰਨਾ ਨੋਟ ਕਰ ਲੈਣਾ, ਠੀਕ ਹੈ। ਇੱਕ ਦੇਸ਼ ਦੀ ਰਾਸ਼ਟਰੀ ਆਮਦਨ ਵਿੱਚ ਜਦੋਂ ਘਿਸਾਵਟ ਖਰਚ ਸ਼ਾਮਲ ਹੁੰਦਾ ਹੈ ਉਸ ਨੂੰ ਕੀ ਕਹਿੰਦੇ ਹਨ? ਹਾਂ ਦੇਖੋ, ਰਾਸ਼ਟਰੀ ਆਮਦਨ ਤਾਂ ਕੁੱਲ ਜੋੜ ਹੋ ਗਿਆ। ਘਿਸਾਵਟ ਖਰਚ ਜਿਹੜੀ ਮਸ਼ੀਨਰੀ ਵਗੈਰਾ ਲੱਗੀ ਹੈ ਜਾਂ ਕੋਈ ਮੁਰੰਮਤ ਕਰਨ 'ਤੇ ਖਰਚ ਆਇਆ, ਜੇ ਅਸੀਂ ਉਸ ਖਰਚ ਨੂੰ ਵੀ ਸਾਰੇ 1 ਸਾਲ ਦੇ ਉਸ ਖਰਚ ਨੂੰ ਵੀ ਵਿੱਚ ਪਾਉਂਦੇ ਆ ਤਾਂ ਫਿਰ ਉਹ ਕਿਹੜੀ ਆਮਦਨ ਹੁੰਦੀ ਆ? ਉਹ ਹੁੰਦੀ ਆ ਕੁੱਲ ਰਾਸ਼ਟਰੀ ਆਮਦਨ, ਠੀਕ ਹੈ। ਕੀ ਕਹਿੰਦੇ ਉਹਨੂੰ? ਕੁੱਲ ਰਾਸ਼ਟਰੀ ਆਮਦਨ, ਮਤਲਬ ਗ੍ਰੋਸ ਨੈਸ਼ਨਲ ਇਨਕਮ, ਠੀਕ ਹੈ। ਚਲੋ, ਇੱਕ ਦੇਸ਼ ਦੀ ਰਾਸ਼ਟਰੀ ਆਮਦਨ ਵਿੱਚੋਂ ਘਿਸਾਵਟ ਖਰਚ ਘਟਾ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਕੀ ਕਹਿੰਦੇ ਹਨ? ਕੀ ਕਹਿੰਦੇ ਆ? ਸ਼ੁੱਧ ਰਾਸ਼ਟਰੀ ਆਮਦਨ, ਮਤਲਬ ਨੈਟ ਨੈਸ਼ਨਲ ਇਨਕਮ, ਠੀਕ ਹੈ। ਜਦੋਂ ਤਾਂ ਘਿਸਾਵਟ ਖਰਚ ਸ਼ਾਮਲ ਆ ਉਹਨੂੰ ਕੁੱਲ ਆਮਦਨ ਕਹਿ ਦਿੰਦੇ ਆ, ਕੁੱਲ ਰਾਸ਼ਟਰੀ ਆਮਦਨ। ਜਦੋਂ ਘਿਸਾਵਟ ਖਰਚ ਘਟਾ ਦਿੱਤਾ ਤਾਂ ਉਸ ਨੂੰ ਕਹਿ ਦਿੰਦੇ ਆ ਸ਼ੁੱਧ ਰਾਸ਼ਟਰੀ ਆਮਦਨ। ਅੱਗੇ, ਜਦੋਂ ਰਾਸ਼ਟਰੀ ਆਮਦਨ ਵਿੱਚੋਂ ਵਿਦੇਸ਼ਾਂ ਤੋਂ ਪ੍ਰਾਪਤ ਆਮਦਨ ਨੂੰ ਘਟਾ ਦਿੱਤਾ ਜਾਵੇ ਤਾਂ ਉਸ ਨੂੰ ਕੀ ਕਹਿੰਦੇ ਹਨ? ਕੀ ਕਹਿੰਦੇ ਹਨ ਵੀ? ਉਸ ਨੂੰ ਘਰੇਲੂ ਆਮਦਨ ਕਹਿੰਦੇ, ਡੋਮੈਸਟਿਕ ਇਨਕਮ, ਠੀਕ ਹੈ। ਜਦੋਂ ਅਸੀਂ ਵਿਦੇਸ਼ਾਂ ਤੋਂ ਪ੍ਰਾਪਤ ਜਿਹੜੀ ਇਨਕਮ ਹੈ ਉਹਨੂੰ ਅਸੀਂ ਇਨਕਲੂਡ ਨਹੀਂ ਕਰਦੇ ਤਾਂ ਉਹ ਜਿਹੜੀ ਆਮਦਨ ਬਚਦੀ ਹੈ ਸਾਡੇ ਦੇਸ਼ ਦੇ ਅੰਦਰ ਵਾਲੀ, ਉਸ ਨੂੰ ਅਸੀਂ ਕਹਿੰਦੇ ਹਾਂ ਡੋਮੈਸਟਿਕ ਇਨਕਮ, ਸਾਡੀ ਆਪ ਦੀ ਘਰੇਲੂ ਆਮਦਨ। ਅਗਲਾ ਦੇਖੋ ਸਵਾਲ ਜਰਾ ਕ, ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ। ਸ਼ੁੱਧ ਰਾਸ਼ਟਰੀ ਆਮਦਨ ਬਰਾਬਰ ਹੈ ਕੁੱਲ ਰਾਸ਼ਟਰੀ ਆਮਦਨ ਮਾਈਨਸ ਡੈਸ਼। ਇਹਦੇ ਵਿੱਚ ਕੀ ਆਉਣਾ ਹੈ? ਘਰੇਲੂ ਖਰਚ, ਘਿਸਾਵਟ ਖਰਚ, ਸ਼ੁੱਧ ਆਮਦਨ, ਉਪਰੋਕਤ ਕੋਈ ਵੀ ਨਹੀਂ। ਕਰੈਕਟ ਆਪਸ਼ਨ ਜੋ ਵੀ ਹੈ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ, ਠੀਕ ਹੈ ਜੀ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਹੁਣ ਫਟਾਫਟ ਆਪਾਂ ਸਿਲੇਬਸ ਜਿਹੜਾ ਕਵਰ ਕਰਨਾ, ਫਿਰ ਅਸੀਂ ਭੂਗੋਲ ਵੀ ਕਰਨਾ। ਧੰਨਵਾਦ ਜੀ।